Hello students, I welcome you in English class. Today we will discuss plus 1 English chapter 1st Astrologer's Day written by R.K. Narayan. Name of the chapter Astrologer's Day, writer R.K. Narayan. ਪਹਿਲਾਂ ਇਸ ਦੇ ਮੇਨ ਪੁਆਇੰਟਸ ਕਰਦੇ ਹਾਂ ਆਪਾਂ ਸਮਰੀ ਕਰਕੇ ਫਿਰ ਇਸ ਦੇ ਕੁਐਸਚਨਸ ਦਾ ਆਪਾਂ ਆਨਸਰ ਦੇਣ ਦੇ ਯੋਗ ਹੋ ਜਾਵਾਂਗੇ। ਹਾਂਜੀ ਬੇਟਾ, ਇਸ ਦੇ ਵਿੱਚ ਐਸਟ੍ਰੋਲੋਜਰ ਬਾਰੇ ਦੱਸਿਆ ਗਿਆ ਹੈ ਕਿ ਉਹ ਕਿਹੋ ਜਿਹਾ ਇਨਸਾਨ ਸੀ, ਕਿਸ ਤਰ੍ਹਾਂ ਉਹ ਐਸਟ੍ਰੋਲੋਜਰ ਬਣਿਆ ਤੇ ਐਂਡ ਦੇ ਵਿੱਚ ਸਰਪ੍ਰਾਈਜ਼ਿੰਗ ਐਂਡਿੰਗ ਹੁੰਦੀ ਹੈ ਜਦੋਂ ਉਸਨੂੰ ਉਸਦਾ ਇੱਕ ਪੁਰਾਣਾ ਦੁਸ਼ਮਣ ਕਹਿ ਲਓ ਮਿਲਿਆ। ਐਸਟ੍ਰੋਲੋਜਰ ਦੀ ਅਪੀਅਰੈਂਸ ਬਾਰੇ, ਉਸ ਦੀ ਅਪੀਅਰੈਂਸ ਕੁਝ ਇਸ ਤਰ੍ਹਾਂ ਦੀ ਸੀ ਕਿ ਦੇਖਣ ਵਾਲੇ ਨੂੰ ਅਟਰੈਕਟਿਵ ਲੱਗਦਾ ਸੀ। ਸੱਚੀ ਮੁੱਚੀ ਐਸਟ੍ਰੋਲੋਜਰ ਹੀ ਲੱਗਦਾ। ਐਸਟ੍ਰੋਲੋਜਰ ਹੁੰਦਾ ਕੌਣ ਹੈ? ਜੋਤਸ਼ੀ। ਆ ਜਿਹੜੇ ਆਪਾਂ ਦੇਖਦੇ ਹੁੰਦੇ ਕਈ ਵਾਰ ਹੱਥ ਦੇਖਣ ਵਾਲੇ ਬੈਠੇ ਹੁੰਦੇ ਨੇ ਕਈ ਵਾਰ ਸੜਕਾਂ ਦੇ ਕਿਨਾਰੇ ਤੇ, ਉਹਨਾਂ ਨੂੰ ਐਸਟ੍ਰੋਲੋਜਰ ਕਹਿੰਦੇ ਨੇ। ਉਸਨੇ ਆਪਣੀ ਦਿੱਖ ਨੂੰ ਕਿਸ ਤਰ੍ਹਾਂ ਐਸਟ੍ਰੋਲੋਜਰ ਦੀ ਬਣਾਇਆ ਸੀ? ਵਰਮਿਲੀਅਨ ਔਨ ਫੋਰਹੈਡ, ਉਸਦੇ ਮੱਥੇ ਤੇ ਸਿੰਦੂਰ ਸੀ। ਵਰਮਿਲੀਅਨ ਕੀ ਹੁੰਦਾ? ਸਿੰਦੂਰ। ਆ ਗਲੀਮ ਇਨ ਆਈਜ਼, ਗਲੀਮ ਮਤਲਬ ਚਮਕ, ਅੱਖਾਂ ਵਿੱਚ ਚਮਕ। ਸੈਫਰਨ ਕਲਰ ਟਰਬਨ, ਤੇ ਉਸਨੇ ਕੇਸਰੀ ਰੰਗ ਦੀ ਪਗੜੀ ਪਹਿਨੀ ਹੋਈ ਸੀ ਤਾਂ ਕਿ ਉਹ ਬਿਲਕੁਲ ਐਸਟ੍ਰੋਲੋਜਰ ਲੱਗੇ। ਉਹਦੀ ਪ੍ਰੋਫੈਸ਼ਨਲ ਇਕਵਿਪਮੈਂਟ ਕੀ ਸੀ? ਪ੍ਰੋਫੈਸ਼ਨਲ ਮਤਲਬ ਕਿੱਤੇ ਸੰਬੰਧੀ, ਇਕਵਿਪਮੈਂਟ ਮੀਨਸ ਸਮਾਨ। ਆ ਡਜ਼ਨ ਕਾਉਰੀ ਸ਼ੈਲਸ, ਕੌਡੀਆਂ। ਆ ਸਕੁਅਰ ਪੀਸ ਆਫ ਕਲਾਥ, ਇੱਕ ਚੌਰਸ ਕੱਪੜਾ ਵਿਦ ਅਬਸਕਿਓਰ ਮਿਸਟਿਕ ਚਾਰਟਸ ਔਨ ਇਟ। ਆ ਦੋ ਵਰਡ ਤੋਂ ਔਖੇ ਲੱਗਦੇ ਹੁੰਦੇ ਆ। ਅਬਸਕਿਓਰ ਹੁੰਦਾ ਜੋ ਅਨਕਲੀਅਰ ਹੋਵੇ, ਸਾਫ਼ ਨਾ ਹੋਵੇ। ਮਿਸਟਿਕ ਹੁੰਦਾ ਸਟਰੇਂਜ, ਅਜੀਬ ਜਾਂ ਮੈਜੀਕਲ, ਜਿਹੜਾ ਜਾਦੂ ਜਿਹਾ ਲੱਗੇ। ਇਸ ਤਰ੍ਹਾਂ ਦਾ ਚਾਰਟ ਸੀ ਉਹਦੇ ਉੱਤੇ, ਉਸ ਕਲਾਥ ਦੇ ਉੱਤੇ। ਆ ਨੋਟਬੁੱਕ ਡਾਇਰੀ ਜਿਹੀ ਸੀ ਐਂਡ ਅ ਬੰਡਲ ਆਫ ਪਾਮਿਆਰਾ ਰਾਈਟਿੰਗ। ਪਾਮਿਆਰਾ ਹੁੰਦਾ ਬੇਟਾ ਪਾਮ ਦਾ ਦਰਖਤ, ਇਸ ਦੇ ਬੰਡਲ ਸੀ ਰਾਈਟਿੰਗ ਦਾ ਕੁਝ ਲਿਖਿਆ ਹੋਇਆ। ਇਹ ਉਹਦੀ ਸਾਰੀ ਪ੍ਰੋਫੈਸ਼ਨਲ ਇਕਵਿਪਮੈਂਟ ਸੀ। ਵੇਅਰ ਡਿਡ ਹੀ ਸਿਟ, ਬੈਠਦਾ ਕਿੱਥੇ ਸੀ? ਅੰਡਰ ਅ ਟੈਮਰਿੰਡ ਟਰੀ, ਉਹ ਇਮਲੀ ਦੇ ਦਰਖਤ ਨੀਚੇ ਬੈਠਦਾ ਸੀ ਇੱਕ ਬਿਜ਼ੀ ਰੋਡ ਦੇ ਉੱਤੇ। ਅਦਰ ਪ੍ਰੋਫੈਸ਼ਨਲ ਔਨ ਦਾ ਰੋਡ, ਉਸੇ ਸੜਕ 'ਤੇ ਹੋਰ ਪ੍ਰੋਫੈਸ਼ਨਲਸ ਵੀ ਸੀਗੇ। ਪ੍ਰੋਫੈਸ਼ਨਲ ਮਤਲਬ ਕਿੱਤਾ ਕਰਨ ਵਾਲੇ, ਹੋਰ ਕੰਮ ਵਾਲੇ। ਉਹਨਾਂ ਵਿੱਚੋਂ ਮੇਨ ਸੀ ਮੈਡੀਸਨ ਸੈਲਰ, ਦਵਾਈਆਂ ਵੇਚਣ ਵਾਲੇ। ਮੈਜੀਸ਼ੀਅਨ, ਜਾਦੂਗਰ। ਕਲਾਥ ਸੈਲਰਸ, ਕੱਪੜਾ ਵੇਚਣ ਵਾਲੇ। ਸਟੋਲਨ ਹਾਰਡਵੇਅਰ ਸੈਲਰ, ਸਟੋਲਨ ਹਾਰਡਵੇਅਰ ਸੈਲਰਸ ਜਿਵੇਂ ਕਬਾੜ ਦੇ ਕਹਿ ਲਓ ਸਮਾਨ ਚੋਰੀ ਕੀਤਾ ਹੋਇਆ ਉਸ ਨੂੰ ਵੇਚਣ ਵਾਲੇ। ਗਰਾਊਂਡਨਟ ਸੈਲਰ, ਮੂੰਗਫਲੀ ਵੇਚਣ ਵਾਲੇ। ਤੇ ਜਿਹੜਾ ਗਰਾਊਂਡਨਟ ਸੈਲਰ ਸੀ ਉਸਨੇ ਨਾ ਆਪਣੀ ਮੂੰਗਫਲੀ ਨੂੰ ਬੜੇ ਅਜੀਬ ਤੇ ਬੜੇ ਹਾਸੋਹੀਣੇ ਨਾਮ ਦਿੱਤੇ ਹੋਏ ਸੀ। ਤਾਂ ਨੇਮਸ ਗਿਵਨ ਟੂ ਗਰਾਊਂਡਨਟ ਕਿਹੜੇ ਕਿਹੜੇ ਸੀ? ਇਹ ਤਿੰਨ ਨਾਮ ਮੇਨ ਨੇ ਬੇਟਾ। ਬੰਬੇ ਆਈਸਕ੍ਰੀਮ, ਦਿੱਲੀ ਆਮੰਡ ਐਂਡ ਰਾਜਾਜ਼ ਡੈਲੀਕੇਸੀ। ਉਹ ਉੱਚੀ ਉੱਚੀ ਆਵਾਜ਼ 'ਚ ਬੋਲ ਕੇ ਆਪਣੀ ਗਰਾਊਂਡਨਟ ਵੇਚਿਆ ਕਰਦਾ ਸੀ ਤਾਂ ਕਿ ਲੋਕ ਅਟਰੈਕਟ ਹੋ ਜਾਣ ਤੇ ਉਸ ਕੋਲ ਆਉਣ। ਸੋਰਸ ਆਫ ਲਾਈਟ ਯੂਜ਼ਡ ਬਾਈ ਦੀ ਐਸਟ੍ਰੋਲੋਜਰ, ਜਿਹੜਾ ਐਸਟ੍ਰੋਲੋਜਰ ਅਰਥਾਤ ਜੋਸ਼ੀ ਸੀ ਉਹ ਲਾਈਟ ਕਿਵੇਂ ਵਰਤਦਾ? ਉੱਥੇ ਕੋਈ ਮਿਊਨਸੀਪਲ ਲਾਈਟ ਨਹੀਂ ਸੀ ਤਾਂ ਲਾਈਟ ਦਾ ਸੋਰਸ ਕੀ ਸੀ? ਲਾਈਟ ਆਫ ਅ ਫਲੇਅਰ ਵਿਚ ਕ੍ਰੈਕਲਡ ਐਂਡ ਸਮੋਕਡ ਅਪ ਅਬਵ ਦ ਗਰਾਊਂਡਨਟ ਹੀਪ। ਮੂੰਗਫਲੀ ਨਹੀਂ ਮੂੰਗਫਲੀ ਭੁੰਨਣ ਵਾਲੇ ਜਿਵੇਂ ਉਹ ਰੱਖੀ ਹੁੰਦੀ ਉੱਪਰ ਅੱਗ ਦੀ, ਉਹ ਫਲੇਅਰ ਮਤਲਬ ਲਾਟ, ਕ੍ਰੈਕਲਡ ਮਤਲਬ ਥੋੜ੍ਹੀ ਚਰਚਰਾਉਣ ਦੀ ਆਵਾਜ਼ ਜੀ, ਤੇ ਸਮੋਕਡ ਅਪ ਉਹ ਚੱਲੀ ਜਾਂਦੀ ਸੀ। ਜਿਹੜੀ ਮੂੰਗਫਲੀ ਦੇ ਢੇਰ 'ਤੇ ਲਾਈਟ ਜਗਦੀ ਸੀ ਉਹੀ ਉਹਦੀ ਸੋਰਸ ਆਫ ਉਹਦਾ ਲਾਈਟ ਸੀ। ਐਸਟ੍ਰੋਲੋਜਰ ਇਜ਼ ਅ ਨੌਲੇਜ ਆਫ ਐਸਟ੍ਰੋਨੋਮੀ। ਐਸਟ੍ਰੋਨੋਮੀ ਹੁੰਦਾ ਗ੍ਰਹਿ ਵਿਗਿਆਨ, ਤਾਰਾ ਵਿਗਿਆਨ, ਖਗੋਲ ਸ਼ਾਸਤਰ, ਨਛੱਤਰਾਂ ਦਾ ਗਿਆਨ। ਕੀ ਐਸਟ੍ਰੋਲੋਜਰ ਨੂੰ ਐਸਟ੍ਰੋਨੋਮੀ ਦੀ ਨੌਲੇਜ ਸੀ? ਨੋ, ਉਹਨੂੰ ਕੋਈ ਨੌਲੇਜ ਨਹੀਂ ਸੀ। ਨੋ ਨੌਲੇਜ ਆਫ ਦ ਸਟਾਰਸ। ਫਿਰ ਉਹ ਬਣਿਆ ਕਿਵੇਂ ਫਿਰਦਾ ਸੀ ਐਸਟ੍ਰੋਲੋਜਰ? ਓਨਲੀ ਪਾਵਰ ਆਫ ਆਬਜ਼ਰਵੇਸ਼ਨ ਐਂਡ ਇਨਸਾਈਟ। ਆਬਜ਼ਰਵੇਸ਼ਨ ਹੁੰਦਾ ਮਤਲਬ ਕਿਸੇ ਚੀਜ਼ ਨੂੰ ਨਿਰਖ ਪਰਖ ਕਰ ਸਕਣਾ, ਉਸਦੀ ਤਾਕਤ ਜ਼ਿਆਦਾ। ਇਨਸਾਈਟ ਕੀ ਹੁੰਦਾ? ਅੰਦਰ ਦੀ ਸਮਝ, ਮਨੁੱਖੀ ਮਨ ਦੀ ਸਮਝ ਡੂੰਗੀ। ਕਲਾਇੰਟ ਸਪੀਕ ਫਾਰ ਐਟਲੀਸਟ 10 ਮਿੰਟਸ। ਉਹ ਕੀ ਕਰਦਾ ਆਪਣੇ ਕਲਾਇੰਟ ਨੂੰ? ਕਲਾਇੰਟ ਕੌਣ ਹੁੰਦੇ ਬੇਟਾ? ਜਿਹੜੇ ਉਹਦੇ ਕੋਲ ਆਉਂਦੇ ਸੀ ਹੱਥ ਦਿਖਾਉਣ ਵਾਸਤੇ, ਪੁੱਛਣ ਵਾਸਤੇ, ਉਹਨੂੰ ਕਲਾਇੰਟ ਕਹਿੰਦੇ ਨੇ। ਤਾਂ ਉਹਨੂੰ 10 ਮਿੰਟ ਉਹ ਦੇ ਦਿੰਦਾ ਕਿ ਤੂੰ ਬੋਲ। ਜਦੋਂ 10 ਮਿੰਟਾਂ ਦੇ ਵਿੱਚ ਉਹ ਤਕਰੀਬਨ ਆਪਣੇ ਬਾਰੇ ਕਾਫੀ ਕੁਝ ਦੱਸ ਦਿੰਦਾ, ਵਿਚ ਹੈਲਪ ਹਿਮ ਟੂ ਗੈਸ। ਉਹਦੇ ਨਾਲ ਉਹਦੀਆਂ ਪ੍ਰੋਬਲਮਸ ਦਾ ਗੈਸ ਕਰ ਲੈਂਦਾ। ਪ੍ਰੋਬਲਮਸ ਕਿਹੋ ਜਿਹੀਆਂ ਲੈਂਦਾ ਸੀ ਉਹ? ਐਸਟ੍ਰੋਲੋਜਰ ਟਰਾਈਜ਼ ਇਜ਼ ਯੂਜ਼ਲ ਟ੍ਰਿਕਸ ਅਬਾਊਟ ਮੈਰਿਜ ਔਰ ਮਨੀ। ਉਹ ਇਹੀ ਟ੍ਰਿਕਸ ਅਪਣਾਉਂਦਾ ਸੀ, ਪੈਸੇ ਬਾਰੇ ਗੱਲ ਕਰਦਾ, ਵਿਆਹ ਬਾਰੇ ਗੱਲ ਕਰਦਾ। ਆਮ ਲੋਕਾਂ ਦੀਆਂ ਪ੍ਰੋਬਲਮਸ ਇਹੋ ਜਿਹੀਆਂ ਹੁੰਦੀਆਂ ਨੇ, ਉਹਨੂੰ ਸਾਰਾ ਪਤਾ ਸੀ ਵੀ ਇਹੋ ਜਿਹੀਆਂ ਪ੍ਰੋਬਲਮਸ ਹੀ ਹੁੰਦੀਆਂ ਨੋਰਮਲ ਲੋਕਾਂ ਦੀਆਂ। ਤਾਂ ਹੁਣ ਮੀਟਿੰਗ ਵਿਦ ਦ ਕਲਾਇੰਟ, ਗੁਰੂ ਨਾਇਕ। ਇੱਕ ਕਲਾਇੰਟ ਗੁਰੂ ਨਾਇਕ ਦਾ ਮਿਲਣਾ, ਇਹ ਵਿਸ਼ੇਸ਼ ਹੈ ਬੇਟਾ। ਗੁਰੂ ਨਾਇਕ ਆਪਾਂ ਦੇਖਦੇ ਹਾਂ ਕਿਵੇਂ। ਬਟ ਕਲਾਇੰਟ ਗੁਰੂ ਨਾਇਕ
ਵਾਂਟਸ ਆਨਸਰਸ ਆਫ ਸਪੈਸੀਫਿਕ ਕੁਐਸਚਨਸ। ਉਹ ਕਹਿੰਦਾ ਮੈਂ ਮੈਰਿਜ ਜਾਂ ਮਨੀ ਬਾਰੇ ਨਹੀਂ ਪੁੱਛਣਾ, ਕੁਝ ਵਿਸ਼ੇਸ਼ ਉੱਤਰ ਚਾਹੀਦੇ ਨੇ ਮੈਨੂੰ। ਆਫਰਸ ਟੂ ਗਿਵ ਡਬਲ ਫੀ ਫਾਰ ਕਰੈਕਟ ਆਨਸਰਸ, ਤੇ ਮੈਂ ਪੈਸੇ ਵੀ ਤੈਨੂੰ ਡਬਲ ਦੇਵਾਂਗਾ ਫੀਸ ਤੇ। ਐਸਟ੍ਰੋਲੋਜਰ ਰਿਕੋਗਨਾਈਜ਼ ਦ ਫੇਸ ਇਨ ਡਿਮ ਲਾਈਟ ਆਫ ਦ ਮੈਚਸਟਿਕ। ਉਹ ਮਾਚਿਸ ਜਲਾਉਂਦਾ ਜਿਹੜਾ ਗੁਰੂ ਨਾਇਕ ਹੁੰਦਾ, ਉਸ ਦੇ ਵਿੱਚ ਹੀ ਐਸਟ੍ਰੋਲੋਜਰ ਜਿਹੜਾ ਸੀ ਬੜਾ ਸ਼ਾਰਪ ਸੀ, ਉਸ ਦਾ ਚਿਹਰਾ ਵੇਖ ਲੈਂਦਾ, ਪਹਿਚਾਨ ਲੈਂਦਾ ਉਹ ਤਾਂ ਉਹਦਾ ਪੁਰਾਣਾ ਦੁਸ਼ਮਣ ਸੀ। ਵਾਂਟਸ ਟੂ ਗੋ, ਜਾਣਾ ਚਾਹੁੰਦਾ ਤੋਂ ਖੇੜਾ ਛੁਡਾ ਕੇ। ਬਟ ਦ ਕਲਾਇੰਟ ਨੋਟ ਲੈਟ ਹਿਮ ਡੂ ਸੋ, ਪਰ ਕਲਾਇੰਟ ਨੇ ਉਸ ਨੂੰ ਅਜਿਹਾ ਨਹੀਂ ਕਰਨ ਦਿੱਤਾ। ਕਹਿੰਦਾ ਤੂੰ ਮੈਨੂੰ ਕਿਹਾ ਕਿ ਮੈਂ ਤੇਰੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ, ਚੈਲੰਜ ਕੀਤਾ, ਤੇ ਹੁਣ ਮੈਂ ਤੈਨੂੰ ਜਾਣ ਨਹੀਂ ਦਿੰਦਾ। ਇਹ ਗੁਰੂ ਨਾਇਕ ਕੌਣ ਸੀ ਬੇਟਾ? ਇਹਨਾਂ ਦੀ ਪਹਿਲਾਂ ਲੜਾਈ ਹੋਈ ਸੀ ਤੇ ਇਸ ਐਸਟ੍ਰੋਲੋਜਰ ਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਬਚ ਗਿਆ ਸੀ, ਪਰ ਤੇ ਉਹ ਹੁਣ ਉਸੇ ਨੂੰ ਲੱਭਣ ਆਇਆ ਹੋਇਆ ਸੀ, ਉਸਨੂੰ ਆਪਣੇ ਕਾਤਿਲ ਨੂੰ। ਦੈਨ ਦੀ ਐਸਟ੍ਰੋਲੋਜਰ ਟੈਲਸ ਹਿਮ ਹਿਜ਼ ਨੇਮ। ਐਸਟ੍ਰੋਲੋਜਰ ਉਹਨੂੰ ਨਾਮ ਦੱਸ ਦਿੰਦਾ। ਤੁਹਾਨੂੰ ਪਤਾ ਲੱਗ ਗਿਆ ਨਾ ਨਾਮ ਕਿਵੇਂ ਦੱਸ ਦਿੰਦਾ ਉਹ। ਹਿਜ਼ ਪਾਸਟ, ਉਸਦੇ ਬਤੀਤ ਬਾਰੇ, ਐਂਡ ਐਵਰੀਥਿੰਗ, ਤੇ ਸਾਰਾ ਕੁਝ। ਹੀ ਟੈਲਸ ਹਿਮ ਦੈਟ ਦ ਮੈਨ ਹੂ ਸਟੈਬਡ ਹਿਮ ਹੈਡ ਡਾਈਡ। ਉਸ ਨੂੰ ਕੀ ਕਹਿ ਦਿੰਦਾ? ਸਟੈਬ ਹੁੰਦਾ ਬੇਟਾ ਮਾਰਨ ਵਾਲਾ, ਮਾਰਿਆ ਸੀ। ਉਹ ਆਦਮੀ ਜਿਸਨੇ ਤੈਨੂੰ ਮਾਰਿਆ ਸੀ ਉਹ ਤਾਂ ਮਰ ਚੁੱਕਿਆ ਹੈ। ਝੂਠ ਬੋਲਤਾ ਉਸਨੇ ਉਸਨੂੰ। ਕ੍ਰਸ਼ਡ ਅੰਡਰ ਅ ਲੌਰੀ 4 months earlier, 4 ਮਹੀਨੇ ਪਹਿਲਾਂ ਲੌਰੀ ਦੇ ਨੀਚੇ ਆ ਕੇ ਮਾਰਿਆ ਜਾ ਚੁੱਕਿਆ। ਵਾਰਨਸ ਹਿਮ ਟੂ ਟਰੈਵਲ ਇਨ ਦੈਟ ਡਾਇਰੈਕਸ਼ਨ, ਤੇ ਕਹਿੰਦੇ ਤੂੰ ਹੁਣ ਉਸ ਦਿਸ਼ਾ 'ਚ ਨਾ ਜਾਈਂ, ਤੈਨੂੰ ਖਤਰਾ ਹੋ ਸਕਦਾ। ਸੈਟਿਸਫਾਈਡ, ਜਿਹੜਾ ਗੁਰੂ ਨਾਇਕ ਸੀ ਉਹ ਸੈਟਿਸਫਾਈ ਹੋ ਗਿਆ, ਸੰਤੁਸ਼ਟ ਹੋ ਗਿਆ ਉੱਤਰਾਂ ਤੋਂ, ਕਿਉਂਕਿ ਨਾਮ ਤੱਕ ਦੱਸਤਾ, ਪਾਸਟ ਬਾਰੇ ਦੱਸਤਾ, ਉਹਨੂੰ ਪਹਿਚਾਣ ਹੀ ਨਹੀਂ ਆਈ ਐਸਟ੍ਰੋਲੋਜਰ ਦੀ। ਗਿਵਸ ਹਿਮ ਕੋਇਨਸ, ਤੇ ਉਸਨੂੰ ਸਿੱਕੇ ਦੇ ਦਿੰਦਾ ਉਹ। ਤੇ ਜਦੋਂ ਘਰੇ ਆਉਂਦਾ ਵਾਪਸ ਆ ਗਿਆ ਐਟ ਹੋਮ, ਰਾਤ ਤਾਂ ਹੋਈ ਪਈ ਸੀ। ਐਸਟ੍ਰੋਲੋਜਰ ਟੈਲਸ ਹਿਸ ਵਾਈਫ, ਆਪਣੀ ਪਤਨੀ ਨੂੰ ਕੀ ਕਹਿੰਦਾ ਹੈ? ਦੈਟ ਦ ਮੈਨ ਹੀ ਥਾਟ ਹੀ ਹੈਡ ਮਰਡਰਡ ਇਨ ਹਿਜ਼ ਨੇਟਿਵ ਵਿਲੇਜ, ਕਿ ਜਿਹੜੇ ਆਦਮੀ ਨੂੰ ਉਹਨੇ ਸੋਚਿਆ ਸੀ ਕਿ ਆਪਣੇ ਨੇਟਿਵ ਵਿਲੇਜ ਕਿਹੜਾ ਹੁੰਦਾ? ਜਿੱਥੇ ਉਹ ਜੱਦੀ ਰਹਿੰਦਾ ਸੀ ਪੁਰਾਣੇ ਸਮੇਂ 'ਚ, ਜਿਸ ਦਾ ਉਸਨੇ ਮਰਡਰ ਕਰ ਦਿੱਤਾ ਸੀ, ਉਸਨੇ ਸੋਚਿਆ ਕਿ ਮਰ ਚੁੱਕਿਆ ਸੀ। ਵਾਜ਼ ਅਲਾਈਵ, ਉਹ ਜਿੰਦਾ ਸੀ। ਸੋ ਅ ਬਿਗ ਲੋਡ ਵਾਜ਼ ਆਫ, ਇਸ ਕਰਕੇ ਉਸਦੇ ਮਨ ਤੋਂ ਬਹੁਤ ਵੱਡਾ ਬੋਝ ਉਤਰ ਗਿਆ ਸੀ। ਉਹ ਸ਼ਾਂਤ ਹੋ ਗਿਆ ਸੀ ਕਿ ਉਸਨੇ ਜਿਸ ਨੂੰ ਮਰਿਆ ਹੋਇਆ ਸਮਝਿਆ ਸੀ ਉਹ ਵਿਅਕਤੀ ਜਿੰਦਾ ਹੈ। ਉਸਦੇ ਮਨ 'ਤੇ ਹੁਣ ਕੋਈ ਬੋਝ ਨਹੀਂ ਰਿਹਾ। ਉੱਥੋਂ ਭੱਜ ਕੇ ਹੀ ਉਹ ਐਸਟ੍ਰੋਲੋਜਰ ਬਣਿਆ ਸੀ। ਤਾਂ ਇਸ ਵਿੱਚ ਐਸਟ੍ਰੋਲੋਜਰ 'ਤੇ ਵਿਅੰਗ ਵੀ ਕੀਤਾ ਹੋਇਆ ਕਿ ਜਿਹੜਾ ਐਸਟ੍ਰੋਲੋਜਰ ਹੈ ਉਹ ਜਿਹੜਾ ਹੈਗਾ ਕੁਝ ਨਹੀਂ ਹੁੰਦਾ, ਉਹਨੂੰ ਬਹੁਤੀ ਨੌਲੇਜ ਨਹੀਂ ਹੁੰਦੀ, ਬਲਕਿ ਉਹ ਤਾਂ ਹਾਲਾਤਾਂ ਨਾਲ ਹੀ ਇਸ ਤਰ੍ਹਾਂ ਬਣ ਜਾਂਦਾ ਹੈ। ਤੇ ਹੁਣ ਆਪਾਂ ਇਸ ਦੇ ਕੁਐਸਚਨਸ ਆਨਸਰਸ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਇਸ ਲੈਸਨ ਦਾ ਜੋ ਮੇਨ ਕੁਐਸਚਨ ਹੈ, ਲੌਂਗ ਆਨਸਰ ਟਾਈਪ ਕੁਐਸਚਨ, ਕੈਰੈਕਟਰ ਸਕੈਚ ਆਫ ਦੀ ਐਸਟ੍ਰੋਲੋਜਰ। ਇਸ ਐਸਟ੍ਰੋਲੋਜਰ ਦਾ ਕੈਰੈਕਟਰ ਸਕੈਚ। ਵੈਸੇ ਤੁਹਾਨੂੰ ਸਮਰੀ ਦੇ ਮੇਨ ਪੁਆਇੰਟਸ ਤੋਂ ਕਾਫੀ ਹੱਦ ਤੱਕ ਬੇਟਾ ਪਤਾ ਚੱਲ ਗਿਆ ਹੋਣਾ, ਫਿਰ ਵੀ ਆਪਾਂ ਚਲੋ ਲਾਈਨ ਟੂ ਲਾਈਨ ਕਰ ਲੈਂਦੇ ਹਾਂ। ਦੀ ਐਸਟ੍ਰੋਲੋਜਰ ਇਜ਼ ਅ ਸਿੰਪਲ ਮੈਨ ਹੂ ਅਟਰੈਕਟਸ ਦ ਕਸਟਮਰ। ਸਿੰਪਲ ਮੈਨ ਹੁੰਦਾ ਸਾਦਾ ਆਦਮੀ ਹੈ, ਐਸਟ੍ਰੋਲੋਜਰ ਨਹੀਂ ਹੈਗਾ। ਹੂ ਅਟਰੈਕਟਸ ਦ ਕਸਟਮਰਸ ਵਿਦ ਵਰਮਿਲੀਅਨ ਔਨ ਹਿਜ਼ ਫੋਰਹੈਡ। ਸਮਰੀ 'ਚ ਤੁਹਾਨੂੰ ਦੱਸਿਆ, ਮੱਥੇ 'ਤੇ ਸੰਦੂਰ, ਗਲੀਮ ਇਨ ਆਈਜ਼, ਅੱਖਾਂ 'ਚ ਚਮਕ, ਐਂਡ ਅ ਸੈਫਰਨ ਕਲਰ ਟਰਬਨ, ਸਿਰ 'ਤੇ ਪਗੜੀ ਕੇਸਰੀ ਰੰਗ ਦੀ। ਇਹ ਉਹਦੀ ਦੇਖਣ ਦੀ ਉਹ ਹੈ ਕਿ ਦਿਖਣ ਵਿੱਚ ਉਹ ਜਿਹਾ ਲੱਗਦਾ ਹੈ। ਹਿਜ਼ ਪ੍ਰੋਫੈਸ਼ਨਲ ਇਕਵਿਪਮੈਂਟ ਕੰਸਿਸਟਡ ਆਫ ਅ ਡਜ਼ਨ ਕਾਊਰੀ ਸ਼ੈਲਸ। ਉਸ ਦਾ ਜੋ ਪ੍ਰੋਫੈਸ਼ਨਲ ਇਕਵਿਪਮੈਂਟ ਹੈ ਉਹਦੇ ਵਿੱਚ 1 ਦਰਜਨ ਕੌਡੀਆਂ। ਅ ਸਕੁਅਰ ਪੀਸ ਆਫ ਕਲਾਥ ਵਿਦ ਅਬਸਕਿਓਰ ਮਿਸਟਿਕ ਚਾਰਟਸ ਔਨ ਇਟ। ਇੱਕ ਉਹੀ ਸਕੁਅਰ ਦਾ ਆਕਾਰ ਦਾ ਵਰਗਾਕਾਰ ਟੁਕੜਾ ਜਿਸ 'ਤੇ ਅਨਕਲੀਅਰ ਮਿਸਟਿਕ ਸਟ੍ਰੇਂਜ ਚਾਰਟਸ ਬਣੇ ਹੋਏ ਆ। ਅ ਨੋਟਬੁੱਕ ਐਂਡ ਅ ਬੰਡਲ ਆਫ ਪਾਮੀਅਰ ਰਾਈਟਿੰਗ, ਕੁਝ ਲਿਖਤਾਂ ਜਿਹੀਆਂ ਹੱਥ ਵਿਗਿਆਨ ਬਾਰੇ, ਜੋਤਿਸ਼ ਵਿਗਿਆਨ ਬਾਰੇ। ਐਕਚੁਅਲੀ ਹੀ ਹੈਜ਼ ਨੋ ਨੌਲੇਜ ਆਫ ਸਟਾਰਸ। ਅਸਲ ਵਿੱਚ ਤਾਂ ਉਹਨੂੰ ਕੋਈ ਨੌਲੇਜ ਹੀ ਨਹੀਂ ਹੈਗੀ ਸਟਾਰਸ ਮਤਲਬ ਤਾਰਿਆਂ ਬਾਰੇ, ਗ੍ਰਹਿਾਂ ਬਾਰੇ। ਹੀ ਡਿਪੈਂਡਸ ਓਨਲੀ ਔਨ ਹਿਜ਼ ਪਾਵਰ ਆਫ ਆਬਜ਼ਰਵੇਸ਼ਨ ਐਂਡ ਗੈਸ ਵਰਕ। ਉਹ ਕਿਸ 'ਤੇ ਡਿਪੈਂਡ ਕਰਦਾ? ਪਾਵਰ ਆਫ ਆਬਜ਼ਰਵੇਸ਼ਨ, ਪਰਖ ਸ਼ਕਤੀ ਐਂਡ ਗੈਸ ਵਰਕ, ਤੇ ਗੈਸ ਲਗਾਉਂਦਾ, ਉਹਨਾਂ ਤੋਂ ਹੀ ਕੁਝ ਪੁੱਛ ਕੇ ਉਹਨਾਂ ਨੂੰ ਦੱਸ ਦਿੰਦਾ। ਵਿਦ ਪ੍ਰੈਕਟਿਸ ਹੀ ਹੈਜ਼ ਲਰਨਡ ਸਮ ਟ੍ਰਿਕਸ। ਅਭਿਆਸ ਦੇ ਨਾਲ ਉਹਨੇ ਕੁਝ ਟ੍ਰਿਕਸ ਸਿੱਖ ਲਈਆਂ। ਹੀ ਟਾਕਸ ਅਬਾਊਟ ਸੇਫ ਟੌਪਿਕਸ ਲਾਈਕ ਮੈਰਿਜ, ਮਨੀ ਐਂਡ ਰਿਲੇਸ਼ਨਸ਼ਿਪਸ। ਉਹ ਬੜੇ ਸੇਫ ਜਿਹੇ ਟੌਪਿਕਸ ਦੀ ਗੱਲ ਕਰਦਾ ਜਿਹੜੇ ਹਰ ਇੱਕ ਦੀ ਲਾਈਫ ਨਾਲ ਰਿਲੇਟਡ ਹੁੰਦੇ ਨੇ, ਜਿਵੇਂ ਵਿਆਹ ਦੀ ਗੱਲ, ਪੈਸਿਆਂ ਦੀ ਗੱਲ ਤੇ ਰਿਲੇਸ਼ਨਸ਼ਿਪ, ਸੰਬੰਧਾਂ ਦੀ ਗੱਲ। ਹੀ ਗਿਵਸ ਸਮ ਟਾਈਮ ਟੂ ਹਿਜ਼ ਕਲਾਇੰਟਸ ਟੂ ਸਪੀਕ। ਉਹ ਆਪਣੇ ਕਲਾਇੰਟਸ ਨੂੰ, ਆਪਣੇ ਗ੍ਰਾਹਕਾਂ ਨੂੰ ਕੁਝ ਸਮਾਂ ਬੋਲਣ ਦਾ ਮੌਕਾ ਦਿੰਦਾ। ਵਿਚ ਪ੍ਰੋਵਾਈਡ ਹਿਮ ਸਟਫ, ਜਿਹਦੇ ਨਾਲ ਉਹਨੂੰ ਸਟਫ ਮਿਲ ਜਾਂਦਾ, ਮਤਲਬ ਮਟੀਰੀਅਲ ਬੋਲਣ ਵਾਸਤੇ ਮੈਟਰ ਮਿਲ ਜਾਂਦਾ। ਫਾਰ ਹਿਜ਼ ਆਨਸਰਸ, ਉਸਦੇ ਉੱਤਰਾਂ ਲਈ। ਦਸ ਇਜ਼ ਅ ਰੋਡ ਸਾਈਡ ਐਸਟ੍ਰੋਲੋਜਰ, ਇਸ ਕਰਕੇ ਉਹ ਸੜਕ 'ਤੇ ਬੈਠਣ ਵਾਲਾ ਇੱਕ ਜੋਤਸ਼ੀ ਹੈ।
who has no knowledge of astronomy, जिसनों ज्योतिष विज्ञान बारे, ग्रह विज्ञान बारे, खगोल विद्या बारे कोई जानकारी नहीं है। तो एक व्यंग किया आर के नारायण जी ने। शॉर्ट क्वेश्चंस देखते हैं। वट वाज द एस्ट्रोलॉजर्स प्रोफैशनल इक्विपमेंट, समरी भी हो गया बेटा, तो लॉन्ग क्वेश्चन दे भी हो गया, फिर भी आंसर एक बार आप देख लेने। द एस्ट्रोलॉजर्स प्रोफैशनल इक्विपमेंट कंसिस्टेड ऑफ अ डजन काउरी शेल्स, कौडियाँ, अ स्क्वायर पीस ऑफ क्लॉथ, वर्गाकार कपड़ा विद ऑब्सक्योर मिस्टिक चार्ट्स ऑन इट, स्ट्रेंज अनक्लीयर एंड स्ट्रेंज चार्ट्स बने हुए इस ते, अ नोटबुक एंड अ बंडल ऑफ पामियर राइटिंग। ये वो प्रोफैशनल इक्विपमेंट सी किते नाल संबंधित समान। सेकेंड क्वेश्चन, हाउ डिड ही गिव हिज फेस द लुक ऑफ एन एस्ट्रोलॉजर, उसने अपने चेहरे नूं किस तरह एस्ट्रोलॉजर की दिख दी हुई सी, ये भी आप पहला कर चुके। ही गेव हिज फेस द लुक ऑफ एन एस्ट्रोलॉजर विद वर्मिलियन ऑन हिज फोरहेड, मत्थे ते संदूर, ग्लीम इन हिज आइज, अखां विच चमक, एंड अ सैफरन कलर टर्बन ऑन हिज हैड, ते सिर ते केसरी रंग की पगड़ी। जी ग्लीम इन हिज आइज है ना बेटा, किमें हो गई सी कि लगातार कस्टमर्स अपने क्लाइंट्स नूं देखदा रहिंदा सी, एक साइड ते देखता इस देखण दी शक्ति नाल ही उसदी अखां 'च एक अजीब जी चमक आ गई सी, इसनूं ही ग्लीम इन हिज आइज कहा जांदा है, जिहड़ी कि ग्राहक नूं अट्रैक्ट करदी सी। हाँ जी, थर्ड क्वेश्चन, वेयर डिड ही सिट एवरी डे, हर रोज़ कित्थे बैठदा सी। सिंपल क्वेश्चन है पर इंपॉर्टेंट है। ही सैट अंडर अ टैमरिन ट्री, वो इमली के दरख्त नीचे बैठता सी। ऑन अ नैरो बट बिजी रोड, एक तंग जी गली सड़क सी पर बिजी सी, उत्थे लोगों की आवाजाही बहुत सी, तो उन्होंने फायदा तो ही होना सी। क्वेश्चन नंबर 4, हू वर दी अदर प्रोफैशनल्स ऑन द रोड वेयर एस्ट्रोलॉजर कैरिड ऑन हिज बिजनेस, दूसरे प्रोफैशनल्स कौन सी, प्रोफैशनल मतलब होर काम करने वाले, जिथे वो बैठता सी। इसका आंसर की है, दी अदर प्रोफैशनल्स वर मेडिसिन सैलर्स, दवाइयाँ बेचने वाले, सैलर्स ऑफ स्टोलन हार्डवेयर, चोरी का समान बेचने वाले, मैजिशियन जादूगर, एंड ऑक्शनियर ऑफ चीप क्लॉथ। जो ऑक्शनियर है बेटा, इंदर नीलामी करना, ऑक्शन मीनस नीलामी, ऑक्शनियर नीलामी करने वाला, ऑफ चीप क्लॉथ सस्ता कपड़ा बेचने वाला। ये सारे होर प्रोफैशनल जोड़े सी उत्थे बैठते सी। फिफ्थ क्वेश्चन, वट वर द डिफरेंट नेम्स गिवन बाय द बैंडर ऑफ फ्राइड ग्राउंड नट्स टू ग्राउंड नट्स, ये भी क्वेश्चन समरी दे विच आ चुके हैं। द डिफरेंट नेम्स गिवन बाय द बैंडर टू हिज ग्राउंड नट्स पर बॉम्बे आइसक्रीम, दिल्ली आमंड एंड रासल्स डेलिकेसी, तीन नाम ये आप याद करने ने। क्वेश्चन नंबर 6, वट वॉज द सोर्स ऑफ लाइट यूज्ड बाय द एस्ट्रोलॉजर ड्यूरिंग द इवनिंग आवर्स, सोर्स ऑफ लाइट की सी, बड़ी डिटेल दे विच आपां कर लिया। द सोर्स ऑफ लाइट यूज्ड बाय द एस्ट्रोलॉजर was the light of a flare which crackled and smoked up above the groundnut heap. फ्लेयर मतलब लाट, क्रैकल मतलब आवाज़ नाल, स्मोकड अप जी जगी आती सी ग्राउंडनट हीप के उपर, नियर बाय नेड़े ही, ड्यूरिंग द इवनिंग आवर शाम समय। 7th क्वेश्चन, हाउ डज नारायण डिस्क्राइब द एस्ट्रोलॉजर्स नॉलेज ऑफ एस्ट्रोनॉमी, उसकी एस्ट्रोनॉमी की नॉलेज बारे की दसदे नारायण, यानी कि राइटर। नारायण सेज दैट द एस्ट्रोलॉजर वाज एज मच अ स्ट्रेंजर, अजनबी, टू द स्टार्स, ग्रहां प्रति, तारियां प्रति, एज वर हिज इनोसेंट कस्टमर्स, वो भी उन्ना ही उन्होंने तो दूर से स्टार्स बारे जिन्ना कि वो इनोसेंट बेचारे भोले भाले ग्राहक से, मतलब ना ग्राहकों तो नॉलेज आई नहीं सी, उन्होंने भी कोई नॉलेज नहीं सी। मीनस की अर्थ की है, दैट ही हैड नो नॉलेज ऑफ एस्ट्रोनॉमी, कि उसनों तारा विज्ञान की, ग्रह विज्ञान की, नक्षत्र विज्ञान की कोई जानकारी नहीं सी, वो भी अपने ग्राहकों बारे वर्गा ही सी, पर तुहानूं पिछे दस्सिया गया कि ऑब्जरवेशन पावर की वरतों हो करता सी। नैक्सट क्वेश्चन भी यही है, हाउ कुड द एस्ट्रोलॉजर गैस हिज क्लाइंट्स प्रॉब्लम्स, फिर उन्होंने दी प्रॉब्लम्स नूं किवें गैस कर लैंदा सी, आपां कीता ना बेटा, कुछ समा दिंदा सी उन्होंने बोलण लई। द एस्ट्रोलॉजर लेट हिज क्लाइंट टू स्पीक फॉर एटलीस्ट 10 मिनट्स, अपने क्लाइंट नूं घट्टो घट्ट 10 मिनट बोलण का मौका दिंदा सी, विच प्रोवाइडेड हिम इनफ स्टफ टू गैस देयर प्रॉब्लम, जिहदे नाल उहनूं मैटर मिल जांदा उन्हां दी प्रॉब्लम्स नूं गैस करन दा ते आंसर देण दा। हाँ जी, 9th एंड लास्ट क्वेश्चन, बट डिड द एस्ट्रोलॉजर टैल हिज वाइफ, जो शाम नूं घर आंदा गुरु नानक नूं मिलन तो बाद अपनी पत्नी नूं की दसदा है, वही ही टोल्ड हिज वाइफ दैट अ बिग लोड वाज ऑफ हिज माइंड दैट डे, कि उस दिन उसके मन तो बहुत वड्डा बोझ
उतर चुकिया सी। बिग लोड वड्डा बोझ, ऑफ मैंने उतरना, हिज माइंड उसके मन तो भारी बोझ उतर गया सी। ये अपनी पत्नी नूं दसदा है। इस तरह आपां देखे इस दी समरी वड्डे प्रश्न, मेन वड्डा प्रश्न आपां कैरेक्टर स्कैच ते सारे आपां इंपोर्टेंट छोटे प्रश्न करन दी कोशिश कीती है। इहदे विच्चों ही तुहानूं ऑब्जेक्टिव टाइप जे क्वेश्चन आ जाण तां तुसीं ओह भी हल कर सकदे। जिवें आपां जे कोई पुछे जे एस्ट्रोलॉजर किस नूं मिलदा है, क्लाइंट दा की नाम सी, जिहड़ा एंड ते मिलदा है ओह गुरु नायक है। इस तरह दे शॉर्ट क्वेश्चनस बन जाते। किन्ने मिनट ओह अपने क्लाइंट्स नूं प्रॉब्लम्स वास्ते बोलण वास्ते समा दिंदे 10 मिनट्स। तो इस तरह के छोटे छोटे प्रश्न मूंगफली के नाम आप कर ही लिया। मेरे ख्याल सारे समझ आ गए होने तुहानूं बेटा। इसनों पढ़ सकते हो, तुसीं लिख सकते हो। ठीक है बेटा, थैंक यू।